ਸੋ ਭਲਿਓ ਆਪਣੇ ਰੱਬ ਦਾ ਸ਼ੁਕਰ ਕਰੀਏ। ਐਸਾ ਰੱਬ ਜਿਹੜਾ ਬੋਲਦਾ ਹੈ, ਗੱਲਾਂ ਕਰਦਾ ਹੈ, ਤੇ ਸਾਨੂੰ ਉਸ ਦੀਆਂ ਗੱਲਾਂ ਨੂੰ ਸੁਣਨ ਦਾ ਮੌਕਾ ਮਿਲਦਾ ਹੈ। ਤੇ ਜੇਕਰ ਉਸ ਦੀਆਂ ਗੱਲਾਂ ਨੂੰ ਸੁਣਨ ਦਾ ਮੌਕਾ ਮਿਲਦਾ ਹੈ ਤੇ ਉਹਦੀਆਂ ਗੱਲਾਂ ਹਰ ਬੰਦੇ ਦੇ ਕਦਮਾਂ ਲਈ ਚਿਰਾਗ, ਰਾਹ ਦੀ ਰੋਸ਼ਨੀ ਹੈ। ਉਹਦੀਆਂ ਗੱਲਾਂ ਇਨਸਾਨ ਨੂੰ ਬੇਦਾਰ ਕਰਦੀਆਂ, ਹੁਸ਼ਿਆਰ ਕਰਦੀਆਂ ਤੇ ਸੁੱਤਿਆਂ ਨੂੰ ਜਗਾਉਂਦੀਆਂ ਹੈ। ਕਿਉਂਕਿ ਅਮਸਾਲ 6 ਬਾਬ ਤੇ ਉਹਦੀ 9 ਐਤ ਨੂੰ ਪੜ੍ਹੋ ਤੇ ਲਿਖਿਆ ਹੈ, ਐ ਕਾਹਿਲ, ਤੂੰ ਕਦੋਂ ਤੱਕ ਸੁੱਤਿਆਂ ਰਹਿਣਾ ਹੀ? ਕਿ ਇਸ ਵੇਲੇ ਤੂੰ ਨੀਂਦ ਚੋਂ ਜਾਗਣਾ ਹੀ? ਥੋੜੀ ਜੀ ਨੀਂਦ ਇੱਕ ਹੋਰ ਜਪਕੀ ਜ਼ਰਾ ਪੜੇ ਰਹਿਣੇ ਪਰ ਹਾਥ ਹੈ। ਸੋ ਸੌਂ ਜਾਣਾ, ਗਫਲਤ ਦੇ ਵਿੱਚ ਚਲੇ ਜਾਣਾ ਹੈ ਸੌਣਾ। ਗਜ਼ਲੋ ਗਜ਼ਲਾਤ ਦੇ ਵਿੱਚ ਵੇਖ ਲਓ, ਬਾਈਬਲ 'ਚ ਲਿਖਿਆ ਮਿਲਦਾ ਹੈ ਕਿ ਆਵਾਜ਼ਾਂ ਆਉਂਦੀਆਂ, ਮੇਰੀ ਕਬੂਤਰੀ ਮੇਰੀ ਪਕੀਜ਼ਾ, ਮੇਰੇ ਲਈ ਦਰਵਾਜ਼ਾ ਖੋਲ ਦੇ, ਮੇਰੇ ਲਈ ਦਰਵਾਜ਼ਾ ਖੋਲ ਦੇ। ਅਸੀਂ ਖੋਲਦੇ ਨਹੀਂ, ਤੇ ਜਦੋਂ ਖੋਲਣ ਲਈ ਉੱਠਨੇ ਆ ਫਿਰ ਉਹ ਚਲੇ ਜਾਂਦਾ। ਤੇ ਉਹ ਖੋਲਣ ਲਈ ਉੱਠਣ ਕੀ ਹੈ ਬਈ, ਜਦੋਂ ਵਕਤ ਲੰਘ ਜਾਂਦਾ, ਜਦੋਂ ਮਰ ਜਾਂਦੇ ਆ ਤੇ ਫਿਰ ਕੰਮ ਜਾਂਦਾ ਰਹਿੰਦਾ ਬਈ। ਗਜ਼ਲੋ ਗਜ਼ਲਾਤ 5 ਬਾਬ 2 ਐਤ ਤੋਂ ਪੜ੍ਹ ਲਓ। ਮੈਂ ਸੁੱਤੀ ਪਈ ਜੀ, ਦਿਲ ਤਾਂ ਜਾਗਦਾ ਹੀ ਮੈਂ ਸੁੱਤੀ ਪਈ। ਇਹ ਕਾਹਲੀ, ਸੁਸਤੀ, ਨਕਾਮਾਪਨ, ਸੁਣੀ ਨੂੰ ਅਨਸੁਣੀ ਕਰਨਾ। ਅਬਰਾਨੀਓ 2 ਬਾਬ ਉਹਦੀ ਪਹਿਲੀ ਐਤ 'ਚ ਲਿਖਿਆ, ਜਿਹੜੀਆਂ ਗੱਲਾਂ ਅਸੀਂ ਸੁਣਨੇ ਆ ਉਹਨਾਂ ਗੱਲਾਂ ਉੱਤੇ ਦਿਲ ਲਾ ਕੇ ਗੌਰ ਕਰੀਏ। ਪਰ ਸਾਡੀ ਹਾਲਤ ਇਹ, ਅਸੀਂ ਬਹਿ ਕੇ ਦੂਰ ਨਿਕਲ ਜਾਂਦੇ ਹਾਂ, ਸਾਡੇ ਤੇ ਅਸਰ ਹੀ ਨਹੀਂ ਕਰਦੀਆਂ ਉਹ ਗੱਲਾਂ। ਹਾਲਾਂਕਿ ਕੁਲਸੀ 3 ਬਾਬ ਉਹਦੀ 16 'ਚ ਲਿਖਿਆ ਹੈ, ਮਸੀਹ ਦੇ ਕਲਾਮ ਨੂੰ ਆਪਣੇ ਦਿਲਾਂ ਦੇ ਵਿੱਚ ਵਸਾਇਓ। ਤੇ ਜਦੋਂ ਮਸੀਹ ਦਾ ਕਲਾਮ ਸਾਡੇ ਦਿਲਾਂ 'ਚ ਜਾਏਗਾ ਤੇ ਅਬਰਾਨੀਓ 10 ਬਾਬ 17 ਐਤ 'ਚ ਲਿਖਿਆ, ਈਮਾਨ ਸੁਣਨ ਦੇ ਨਾਲ ਪੈਦਾ ਹੁੰਦਾ ਹੈ ਤੇ ਸੁਣਨਾ ਮਸੀਹ ਦੇ ਕਲਾਮ 'ਚ। ਜ਼ਰੂਰੀ ਅਸੀਂ ਮਸੀਹ ਦੇ ਕਲਾਮ 'ਚ ਸੁਣੀਏ, ਕਿਉਂਕਿ ਉਹ ਬੜੀ ਆਸ ਰੱਖਦਾ ਸਾਡੇ ਉੱਤੇ। ਯਾਨਾ ਦੀ ਇੰਜੀਲ ਇਸ ਗੱਲ ਦੀ ਵਜ਼ਾਹਤ ਕਰਦੀ ਹੈ ਕਿ ਮੇਰੀਆਂ ਭੇਡਾਂ ਮੇਰੀ ਆਵਾਜ਼ ਨੂੰ ਸੁਣਨਗੀਆਂ, ਉਹ ਗੈਰਾਂ ਦੇ ਪਿੱਛੇ ਨਹੀਂ ਜਾਣਗੇ। ਅਫਸੋਸ, ਪਹਿਲਾ ਕਰੰਥੀਓ 6 ਬਾਬ 20 ਐਤ 'ਚ ਲਿਖਿਆ ਕਿ ਤੁਸੀਂ ਕੀਮਤ ਦੇ ਨਾਲ ਖਰੀਦੇ ਹੋਏ ਹੋ। ਆਪਣੇ ਬਦਨ ਤੋਂ ਖੁਦਾ ਦਾ ਜਲਾਲ ਜ਼ਾਹਰ ਕਰਿਓ। ਅਸੀਂ ਆਪਣੀ ਕੀਮਤ ਭੁੱਲ ਜਾਂਦੇ ਹਾਂ। ਸਾਨੂੰ ਇਹ ਯਾਦ ਹੀ ਨਹੀਂ ਕਿ ਮੇਰੇ ਵਾਸਤੇ ਕੋਈ ਸਲੀਬ ਤੇ ਚੜਿਆ, ਮੇਰੇ ਲਈ, ਮੇਰੇ ਖਾਨਦਾਨ ਲਈ ਕੋਈ ਸਲੀਬ ਤੇ ਚੜਿਆ। ਮੈਂ ਜਾਨ ਦਿੱਤੀ, ਉਹਨੇ ਮੈਨੂੰ ਖਰੀਦਿਆ ਹੈ। ਲੇਕਿਨ ਅਫਸੋਸ, ਮੇਰਾ ਤੁਹਾਡਾ ਨਜਾਤ ਦੇਣ ਦਾ ਜਿਹੜਾ ਸਲੀਬ ਤੇ ਚੜਿਆ, ਉਹ ਕਹਿੰਦਾ ਮੇਰੀਆਂ ਭੇਡਾਂ ਮੇਰੀ ਆਵਾਜ਼ ਨੂੰ ਸੁਣ ਗਈਆਂ, ਉਹ ਗੈਰਾਂ ਦੇ ਪਿੱਛੇ ਨਹੀਂ ਜਾਣਗੀਆਂ। ਲੇਕਿਨ ਯਸਾਇਆ 48 ਬਾਬ ਦੀ 4 ਐਤ 'ਚ ਲਿਖਿਆ, ਖੁਦਾ ਕਹਿੰਦਾ ਮੈਂ ਜਾਣਦਾ ਤੂੰ ਜ਼ਿੱਦੀ ਹੈ, ਤੇਰੀ ਗਰਦਨ ਦਾ ਪੱਠਾ ਲੋਹੇ ਦਾ, ਤੇਰੀ ਪਛਾਣੀ ਪਿੱਤਲ ਦੀ। ਅਸੀਂ ਜ਼ਿੱਦੀ ਬਣੇ ਰਹਿੰਦੇ ਹਾਂ, ਤੇ ਇਹੋ ਜਿਹੇ ਜ਼ਿੱਦੀ ਕਿ ਕਲਾਮ ਦੀ ਕੋਈ ਪਰਵਾਹ ਨਹੀਂ। ਹਾਂ, ਕਲਾਮ ਨੂੰ ਠੱਠਿਆਂ 'ਚ ਜ਼ਰੂਰ ਉਡਾ ਦਿੰਦੇ। ਹਾਲਾਂਕਿ ਗਲਤੀ 6 ਬਾਬ 7 ਐਤ 'ਚ ਲਿਖਿਆ, ਫਰੇਬ ਨਾ ਖਾਇਓ। ਅਸੀਂ ਫਰੇਬ ਖਾ ਜਾਂਦੇ ਹਾਂ। ਲਿਖਿਆ ਫਰੇਬ ਨਾ ਖਾਇਓ, ਖੁਦਾ ਠੱਠਿਆਂ 'ਚ ਉਡਾਇਆ ਨਹੀਂ ਹੋ ਜਾਂਦਾ। ਯਰਮੀਆ 2 ਬਾਬ 31 ਐਤ 'ਚ ਲਿਖਿਆ, ਐ ਇਸ ਪੁਸ਼ਤ ਦੇ ਲੋਗੋ, ਖੁਦਾਵੰਦ ਦੇ ਕਲਾਮ ਦਾ ਲਿਹਾਜ਼ ਕਰਿਓ। ਅਸੀਂ ਲਿਹਾਜ਼ ਕਰਨ ਦੀ ਬਜਾਏ ਅਸੀਂ ਠੱਠਿਆਂ ਚੜਾਉਂਦੇ ਹਾਂ। ਤੇ ਜਿੱਥੇ ਚਾਹੀਦਾ ਸਾਨੂੰ ਖੁਦਾ ਦਾ ਝੰਡਾ ਖੜਾ ਕਰਨਾ, ਉੱਥੇ ਜ਼ਬੂਰ 74 ਤੇ 4 ਐਤ 'ਚ ਲਿਖਿਆ ਹੈ, ਤੇਰੇ ਮਜਮੇ 'ਚ ਤੇਰੇ ਮੁਖਾਲਫ ਗਰਜਦੇ ਨੇ, ਤੇ ਨਿਸ਼ਾਨ ਲਈ ਉਹਨਾਂ ਨੇ ਆਪਣੇ ਝੰਡੇ ਖੜੇ ਕਰ ਲਏ ਨੇ। ਮੁਖਾਲਫਾਂ ਨੇ, ਅਸੀਂ ਖੁਦਾ ਦੀ ਮੁਖਾਲਫਤ ਉੱਤੇ ਅੜ ਜਾਂਦੇ ਹਾਂ
ਤੇ ਆਪਣਾ ਝੰਡਾ ਖੜਾ ਕਰ ਲੈਂਦੇ ਹਾਂ। ਲੇਕਿਨ ਜ਼ਬੂਰ ਨੂੰ ਇਸ ਕੀ ਕਹਿੰਦਾ ਹੈ? ਜ਼ਬੂਰ 20 ਉਹਦੀ 5 ਐਚ ਕਹਿੰਦਾ, ਅਸੀਂ ਤੇਰੀ ਨਜਾਤ ਉੱਤੇ ਸ਼ਾਦਿਆਨਾ ਵਜਾਵਾਂਗੇ, ਅਸੀਂ ਤੇਰਾ ਝੰਡਾ ਖੜਾ ਕਰਾਂਗੇ, ਤੇਰੀ ਨਜਾਤ ਦੇ ਬਾਰੇ ਦੱਸਾਂਗੇ ਕਿ ਨਜਾਤ ਕਿਸ ਤਰ੍ਹਾਂ ਲੋਕੋ ਤੁਸੀਂ ਪਾਉਣੀ ਹੈ। ਲਿਖਿਆ, ਅਸੀਂ ਤੇਰਾ ਝੰਡਾ ਖੜਾ ਕਰਾਂਗੇ। ਆਓ ਅੱਜ ਜਿਨ੍ਹਾਂ ਨੇ ਆਪਣੇ ਝੰਡੇ ਖੜੇ ਕੀਤੇ ਹੋਏ ਨੇ, ਅੱਜ ਉਹਨਾਂ ਨੂੰ ਮੌਕਾ ਹੈ ਕਿ ਆਪਣਾ ਝੰਡਾ ਛੱਡ ਦੇਣ, ਖੁਦਾਵੰਦ ਦਾ ਝੰਡਾ ਖੜਾ ਕਰਨ, ਮੁਖਾਲਫਤ ਛੱਡ ਦੇਣ। ਮੁਖਾਲਫਤ ਬੜੀ ਮਹਿੰਗੀ ਪੈਂਦੀ ਹੈ। ਯਰਮੀਆ 23 ਬਾਬ ਤੁਸੀਂ 30 ਐਤ ਤੋਂ 36 ਐਤ ਤੱਕ ਪੜ੍ਹ ਸਕਦੇ ਹੋ। ਖੁਦਾ ਵੀ ਫਿਰ ਕਹਿੰਦਾ, ਮੈਂ ਇਹਨਾਂ ਦਾ ਮੁਖਾਲਫ, ਜਿਹੜੇ ਆ ਚੋਰ ਬਣੇ ਨੇ, ਮੇਰੀਆਂ ਗੱਲਾਂ ਚਰਾਉਂਦੇ ਨੇ, ਆਪਣੀਆਂ ਦੱਸਦੇ ਨੇ, ਮੈਂ ਇਹਨਾਂ ਦਾ ਮੁਖਾਲਫ, ਮੈਂ ਇਹਨਾਂ ਦਾ ਮੁਖਾਲਫ। ਔਰ 34 ਇਹ 'ਚ ਲਿਖਿਆ, ਮੈਂ ਇਹਨਾਂ ਦੇ ਘਰਾਨਿਆਂ ਨੂੰ ਸਜ਼ਾ ਦਿਆਂਗਾ, ਇਹਨਾਂ ਦੇ ਘਰਾਨੇ ਨੂੰ ਸਜ਼ਾ ਦਿਆਂਗਾ। ਤੇ 36 ਇਹ 'ਚ ਲਿਖਿਆ ਹੈ, ਯਰਮੀਆ 23 ਬਾਬ ਦੀ 36 ਇਹ 'ਚ, ਤੇਰੀਆਂ ਗੱਲਾਂ ਤੇਰੇ ਉੱਤੇ ਭਾਰ ਹੋਈਆਂ ਨੇ, ਕਿਉਂਕਿ ਤੂੰ ਰੱਬ ਦੇ ਕਲਾਮ ਨੂੰ ਵਿਗਾੜਿਆ। ਅਸੀਂ ਤੇ ਰੱਬ ਦੇ ਕਲਾਮ ਨੂੰ ਵਿਗਾੜਨ ਲੱਗਿਆ ਨਹੀਂ ਡਰਦੇ। ਰੱਬ ਦਾ ਕਲਾਮ ਤੇ ਫਰਿਸ਼ਤਾ ਵੀ ਆਣ ਕੇ ਵਿਗਾੜੇ ਨਾ, ਤੇ ਗਲਤੀਓ ਪਹਿਲਾ ਬਾਬ ਉਹਦੀ 7 ਐਤ ਤੋਂ ਤੁਸੀਂ 9 ਐਤ ਤੱਕ ਪੜ੍ਹ ਸਕਦੇ ਹੋ। ਗਲਤੀਓ ਪਹਿਲਾ ਬਾਬ ਪੌਲੁਸ ਰਸੂਲ ਦਾ ਖਤ 7 ਐਤ ਤੋਂ 9 ਐਤ तक लिखा, मगर दूसरी नहीं, अलबत्ता बाज ऐसे हैं जो तुम्हें घबरा देते हैं और मसीह की खुशखबरी को बिगाड़ना, मसीह की खुशखबरी ਨੂੰ बिगाड़ना ਚਾਹੁੰਦੇ ਨੇ। जो मसीह कहेगा ਉਹਦੇ ਉਲਟ ਚੱਲਣਾ, ਮਸੀਹ ਦੀ ਖੁਸ਼ਖਬਰੀ ਨੂੰ ਵਿਗਾੜਨਾ ਚਾਹੁੰਦੇ ਨੇ। ਤੇ ਰਸੂਲ ਨੇ ਆਖਿਆ, ਖਾਸੀ ਹੋਈਏ ਜਾਂ ਅਸਮਾਨ ਦਾ ਫਰਿਸ਼ਤਾ ਵੀ ਹੋਵੇ, ਪਰ ਇਸ ਖੁਸ਼ਖਬਰੀ ਤੋਂ ਇਲਾਵਾ ਕੋਈ ਹੋਰ ਖੁਸ਼ਖਬਰੀ ਸੁਣਾਵੇਗਾ ਤੇ ਉਹ ਮਲਾਉ ਨਹੀਂ। ਭਲੇ ਹੋਏ ਤੇ ਸਾਡੇ ਕੋਲ ਬੰਦੇ ਚੱਲ ਕੇ ਆਉਂਦੇ, ਉਹ ਸਾਡੇ ਕੋਲ ਲੂੰਬੜੀਆਂ ਬਘਿਆੜ ਤੇ ਬਲਾਵਾਂ ਚੱਲ ਕੇ ਆਉਂਦੀਆਂ, ਸਾਡੇ ਕੋਲ ਤੇ ਫਰਿਸ਼ਤਾ ਚੱਲ ਕੇ ਆਵੇ, ਪਰ ਇਸ ਤੋਂ ਬਾਹਰ ਗੱਲ ਕਰੇ ਨਾ, ਤੇ ਬਾਈਬਲ ਕਹਿੰਦੀ ਹੈ ਤੁਹਾਡੇ 'ਚ ਜੁਰਤ ਹੋਣੀ ਚਾਹੀਦੀ ਹੈ ਕਿ ਤੁਸੀਂ ਉਸ ਫਰਿਸ਼ਤੇ ਨੂੰ ਵੀ ਕਹਿ ਸਕਦੇ ਹੋ, ਕਿਉਂਕਿ ਤੂੰ ਮਲਾਉ ਨਹੀਂ, ਤੂੰ ਕਲਾਮ ਤੋਂ ਬਾਹਰ ਗੱਲ ਕਰਨਾ। ਇਹ ਕੋਈ ਛੋਟੀ ਜਿਹੀ ਗੱਲ ਨਹੀਂ। ਇਸ ਕਰਕੇ ਵਕਤ ਤੇ ਜਾਗਣ ਦਾ, ਕਾਇਮ ਹੋਣ ਦਾ, ਵਕਤ ਤੇ ਮਰਦਾਨਗੀ ਦਿਖਾਉਣ ਦਾ ਰਸੂਲ ਕਹਿੰਦਾ ਏ ਕਿ ਜਾਗਿਓ। ਪਹਿਲਾ ਕਰੰਥੀਓ 16 ਬਾਬ, ਪਹਿਲਾ ਕਰੰਥੀਓ 16 ਬਾਬ 13 ਐਤ, ਜਾਗਦੇ ਰਿਓ, ਅੱਜ ਵੇਲਾ ਹੈ ਜਾਗਣ ਦਾ, ਈਮਾਨ ਤੇ ਕਾਇਮ ਰਿਓ। ਪਹਿਲਾ ਪਤਰਸ ਪਹਿਲਾ ਬਾਬ 9 ਐਤ ਨੂੰ ਪੜ੍ਹੋ ਤੇ ਉੱਥੇ ਲਿਖਿਆ ਹੈ, ਸਾਡੇ ਤੇ ਈਮਾਨ ਦਾ ਮਕਸਦ ਹੀ ਰੂਹਾਂ ਦੀ ਨਿਜਾਤ ਆ, ਆਪ ਬਚਣਾ, ਆਪਣੀਆਂ ਨਸਲਾਂ ਨੂੰ ਬਚਾਉਣਾ ਤੇ ਲੋਕਾਂ ਨੂੰ ਬਚਾਉਣਾ। ਇਹ ਸਾਡੇ ਈਮਾਨ ਦਾ ਮਕਸਦ ਹੈ। ਰਸੂਲ ਨੇ ਜਦੋਂ ਤਿਮੋਥੀਉਸ ਨੂੰ ਖਤ ਲਿਖਿਆ ਦੂਸਰਾ, ਤੇ ਉਹਦੇ ਵਿੱਚ 4 ਬਾਬ ਨੂੰ ਪੜ੍ਹ ਲਓ। ਉਹਨੇ ਆਖਿਆ, ਵਕਤ ਜ਼ਾਇਆ ਨਾ ਕਰੀ, ਕਲਾਮ ਦੀ ਮਨਾਦੀ ਕਰੀ, ਯਿਸੂ ਮਸੀਹ ਆ ਰਿਹਾ ਹੈ, ਉਹ ਆਦਲ ਮੁਨਸਬ ਬਾਦਸ਼ਾਹੀ, ਇੰਨੀ ਕੁ ਦੌੜ ਲਾ ਦੇ ਕਿ ਮਨਾਦੀ ਕਲਾਮ ਦੀ ਕਰੀ, ਕੋਈ ਫਾਲਤੂ ਗੱਲ ਨਾ ਮੂੰਹ ਚੋਂ ਕੱਢ ਲੈ। ਲੋਕਾਂ ਨੇ ਸਹੀ ਗੱਲ ਦੀ ਬਰਦਾਸ਼ਤ ਨਹੀਂ ਉਹ ਕਰਨੀ, ਬਲਕਿ ਕੰਨਾਂ ਦੀ ਖੁਜਲੀ ਦੇ ਬਾਇਸ ਖਵਾਇਸ਼ਾਂ ਦੇ ਮੁਤਾਬਕ ਉਸਤਾਦ ਬਣਾਉਣੇ ਨੇ। ਪਰ ਤੂੰ ਸਾਰੀਆਂ ਗੱਲਾਂ 'ਚ ਹੁਸ਼ਿਆਰ ਰਹੀ, ਦੁੱਖ ਉਠਾ ਲਈ, ਬਿਸ਼ਾਰਤ ਦਾ ਕੰਮ ਅੰਜਾਮ ਦੇ ਲਈ, ਆਪਣੀ ਖਿਦਮਤ ਨੂੰ ਪੂਰਾ ਕਰ ਲਈ।
ਤੇ ਕਹਿੰਦਾ ਮੈਂ ਅੱਛੀ ਕੁਸ਼ਤੀ ਲੜਿਆ, ਮੈਂ ਈਮਾਨ ਨੂੰ ਮਹਿਫੂਜ਼ ਰੱਖਿਆ। ਅਬਲੀਸ ਦਾ ਡਾਕਾ ਸਾਡੇ ਈਮਾਨ ਤੇ ਆ ਕਿ ਈਮਾਨ ਤੋਂ ਗਮਰਾਹ ਕਰ ਦੇ ਤੇ ਖੁਦਾ ਦੇ ਪਿੱਛੋਂ ਹਟਾਵੇ, ਲੋਕਾਂ ਦੇ ਪਿੱਛੇ ਲਾਵੇ। ਇਹ ਅਬਲੀਸ ਦਾ ਦਾਅ ਏ ਕਿ ਝੂਠੇ ਅੰਬੋਆਂ, ਗੁਰੂਆਂ, ਡਿਨਾਮੀਨੇਸ਼ਨਾਂ, ਟੋਲਿਆਂ ਨੂੰ ਪੂਜ। ਹਾਲਾਂਕਿ ਜਿਨ੍ਹਾਂ ਦੇ ਬਾਰੇ ਰੋਮੀਓ ਪਹਿਲਾ ਬਾਬ 25 'ਚ ਲਿਖਿਆ ਮਿਲਦਾ ਏ, ਇਹਨਾਂ ਨੇ ਸੱਚ ਨੂੰ ਬਦਲਿਆ ਤੇ ਝੂਠ ਬਣਾਇਆ ਤੇ ਲਿਖਿਆ ਹੈ, ਬਾਈਬਲ ਦਵਾਈ ਪਾਉਂਦੀ ਉਹ ਲੋਕੋ ਤੁਸੀਂ ਝੂਠਿਆਂ ਦੀ ਪਰਸਤਿਸ਼ ਕਰਨ ਡਏ। ਇਬਾਦਤ ਬਾਈਬਲ ਕਹਿੰਦੀ ਇਬਾਦਤ ਤੇ ਪਰਸਤਿਸ਼ ਕਰਨ ਡਏ ਕਿਉਂਕਿ ਤੁਸੀਂ ਝੂਠਿਆਂ ਨੂੰ ਮੰਨਣ ਡਏ ਹੋ। ਰੱਬ ਕਹਿੰਦਾ ਮੈਨੂੰ ਛੱਡ ਕੇ ਐਸੇ ਜਿਹੜੇ ਮੈਨੂੰ ਠੱਠਿਆਂ ਚੜਾਉਂਦੇ ਪਏ ਆ, ਤੁਸੀਂ ਇਹਨਾਂ ਨੂੰ ਮੰਨਦੇ ਪਏ ਹੋ। ਔਰ ਮਤੀ 23 ਬਾਬ 15 'ਚ ਲਿਖਿਆ ਏ, ਤੁਹਾਡੀ ਤੇ ਹਾਲਤ ਹੀ ਅਜੀਬ ਹੋ ਗਈ ਹੈ ਕਿ ਇਹ ਤੁਹਾਡੇ ਪੀਰ ਏ ਤੇ ਤੁਸੀਂ ਇਹਨਾਂ ਦੇ ਮਰੀਦ ਹੋ, ਤੇ ਇਹ ਤੁਹਾਨੂੰ ਮਰੀਦ ਕਰਨ ਦੀ ਖਾਤਰ ਇਹ ਫੱਕੀ ਤੇ ਫਰੀਸੀ ਤਰੀ ਤੇ ਖੁਸ਼ਕੀ ਦਾ ਦੌਰ ਕਰਦੇ ਨੇ, ਤੇ ਜਦੋਂ ਕੋਈ ਮਰੀਦ ਹੋ ਜਾਂਦਾ ਫਿਰ ਆਪਣੇ ਤੋਂ ਦੁੱਗਣਾ ਜਹੰਨਮ ਦਾ ਫਰਜ਼ੰਦ ਬਣਾਉਂਦੇ ਨੇ। ਤੇ ਫਿਰ ਕਿਹੜਾ ਮਗਰ ਲੱਗੇ ਹੋਏ ਆ ਉਹ ਜਿਹੜੇ ਆਪਣੇ ਤੋਂ ਦੁੱਗਣਾ ਜਹੰਨਮ ਦਾ ਫਰਜ਼ੰਦ ਬਣਾਉਂਦੇ ਨੇ। ਤੇ ਚਾਹੀਦਾ ਤੇ ਕਿ ਸਾਨੂੰ ਉਧਰ ਜਾਣਾ ਜਿੱਧਰ ਅਸਮਾਨ ਦੀ ਬਾਦਸ਼ਾਹਤ ਹੈ। ਚਾਹੀਦਾ ਇਹ ਕਿ ਸਾਨੂੰ ਖੁਦਾ ਨੂੰ ਦੋਸਤ ਬਣਾਉਣਾ। ਪੌਲੁਸ ਰਸੂਲ ਨੇ ਬੜੀ ਮੁਖਾਲਫਤ ਕੀਤੀ। ਇੱਥੋਂ ਤੱਕ ਕਿ ਮਾਲ ਬਾਈ ਬਾਪ ਨੂੰ ਪੜ੍ਹ ਕੇ ਵੇਖ ਲਓ। 4 'ਚ ਕਹਿੰਦਾ ਔਰਤਾਂ ਮਰਦਾਂ ਨੂੰ ਮੈਂ ਇਬਾਦਤ ਖਾਨਿਆਂ ਦੇ ਵਿੱਚ ਪਟਵਾਇਆ, ਇੰਨਾ ਕਟਵਾਇਆ ਇਬਾਦਤ ਖਾਨਿਆਂ ਦੇ ਵਿੱਚ ਹੀ, ਕੋਈ ਲਿਹਾਜ਼ ਨਹੀਂ। ਸਤੀਫਨਸ ਨੂੰ ਜਿਸ ਵੇਲੇ ਸੰਸਾਰ ਕੀਤਾ ਜਾ ਰਿਹਾ ਸੀ, ਕਹਿੰਦਾ ਮੈਂ ਉਹਦੇ ਕਤਲ ਕਰਨ ਵਾਲਿਆਂ ਦੇ ਕੱਪੜਿਆਂ ਦੀ ਹਿਫਾਜ਼ਤ ਕਰਦਾ ਪਿਆ ਸੀ ਕਿ ਕਰੋ ਇਹਨੂੰ। ਲੇਕਿਨ ਫਿਰ ਇਹਨੇ ਲੋਕਾਂ ਦਾ ਝੰਡਾ ਛੱਡ ਦਿੱਤਾ, ਖੁਦਾ ਦਾ ਝੰਡਾ ਉਠਾ ਲਿਆ। ਤੇ ਅੱਜ ਵੇਲਾ ਏ ਜਾਗੀਏ, ਕਿਉਂਕਿ ਲਿਖਿਆ ਏ ਪਹਿਲਾ ਕਰੰਥੀਓ 16 ਬਾਬ 13 'ਚ ਜਾਗਦੇ ਰਹੋ। ਅੱਜ ਵੇਲਾ ਜਾਗਣ ਦਾ ਏ। ਈਮਾਨ ਤੇ ਕਾਇਮ ਰਹੋ ਤੇ ਮਰਦਾਨਗੀ ਕਰਿਓ, ਮਜ਼ਬੂਤ ਹੋ ਜਿਓ ਤੇ ਜੋ ਕੁਝ ਕਰਦੇ ਹੋ ਮੁਹੱਬਤ ਨਾਲ ਕਰਿਓ। ਜੋ ਕੁਝ ਕਰਦੇ ਹੋ ਮੁਹੱਬਤ ਦੇ ਨਾਲ ਕਰਿਓ। ਸੋ ਬਈ ਅੱਜ ਵੇਲਾ ਜਾਗਣ ਦਾ, ਅੱਜ ਵੇਲਾ ਹੈ ਹੋਸ਼ ਵਿੱਚ ਆਉਣ ਦਾ, ਅੱਜ ਵੇਲਾ ਹੈ ਮਰਦਾਨਗੀ ਦਿਖਾਉਣ ਦਾ। ਮਰਦਾਨਗੀ ਕੰਮ ਔਖਾ ਹੈ, ਲੇਕਿਨ ਬਾਈਬਲ ਕਹਿੰਦੀ ਮਰਦਾਨਗੀ ਦਿਖਾ। ਬਾਹਰ ਨਿਕਲ ਇਹਨਾਂ ਝੂਠੀਆਂ ਤਨਜ਼ੀਮਾਂ ਤੋਂ, ਇਹਨਾਂ ਅੰਬੋਆਂ, ਗੁਰੂਆਂ, ਡਿਨਾਮੀਨੇਸ਼ਨਾਂ, ਟੋਲਿਆਂ ਤੋਂ ਆ ਬਚ, ਆਪਣੀਆਂ ਨਸਲਾਂ ਨੂੰ ਬਚਾ। ਜ਼ਿੱਦੀਪਨ ਛੱਡ, ਕਿਉਂਕਿ ਯਸਾਇਆ 48 ਬਾਬ 4 'ਚ ਲਿਖਿਆ ਹੈ, ਖੁਦਾ ਕਹਿੰਦਾ ਮੈਂ ਜਾਣਦਾ ਤੂੰ ਜ਼ਿੱਦੀ ਏ, ਤੇਰੀ ਗਰਦਨ ਦਾ ਪੱਠਾ ਲੋਹੇ ਦਾ, ਤੇਰੀ ਪਛਾਣੀ ਪਿੱਤਲ ਦੀ ਏ। ਤੇ ਉਹ ਮੈਂ ਦੁਆ ਕਰਨਾ ਚਾਹੁੰਦਾ ਕਿ ਖੁਦਾ ਤੁਹਾਨੂੰ ਇਸ ਜ਼ਿੱਦ ਤੋਂ ਬਾਜ਼ ਰੱਖੇ, ਖੁਦਾ ਅੱਖਾਂ ਖੋਲੇ, ਤੁਸੀਂ ਮਰਦਾਨਗੀ ਦਿਖਾਓ, ਆ ਬਰਕਤ ਪਾਓ, ਆਪਣੀਆਂ ਨਸਲਾਂ ਨੂੰ ਬਚਾਓ। ਖੁਦਾਵੰਦ ਤੇਰਾ ਖਾਦਮ ਹੁੰਦੇ ਆਇਆ, ਤੇਰਾ ਕਲਾਮ ਬੰਦ ਜ਼ੇਨਾਂ ਨੂੰ ਖੋਲ੍ਹਦਾ ਹੈ। ਬੰਦ ਜ਼ੇਨ ਯਿਸੂ ਨਾਂ ਤੋਂ ਖੁੱਲ੍ਹਣ ਲੋਕ ਕਿਤਾਬੇ ਮੁਕੱਦਸ ਦੀਆਂ ਗੱਲਾਂ ਨੂੰ ਸਮਝਣ, ਦੂਜਿਆਂ ਨੂੰ ਸਮਝਾਉਣ, ਤੇਰੀ ਨਜ਼ਰ ਵਿੱਚ ਦਿਆਨਤਦਾਰ ਬਣਨ। ਤੇਰੇ ਪੁੱਤਰ ਨੇ ਆਖਿਆ ਹੈ ਕਿ ਜਿਸ ਗੱਲ ਦਾ ਤੈਨੂੰ ਹਨੇਰੇ 'ਚ ਪਤਾ ਲੱਗਦਾ ਤੂੰ ਉਜਾਲੇ 'ਚ ਕਰ, ਜਿਹੜੀ ਕੰਨ 'ਚ ਪੈਂਦੀ ਕੋਠੇ ਤੇ ਚੜ੍ਹ ਤੇ ਮਨਾਦੀ ਕਰ। ਇਸ ਕਰਕੇ ਤੇਰੇ ਲੋਕ ਜਾਗਣ, ਮਰਦਾਨਗੀ ਦਿਖਾਉਣ, ਈਮਾਨ ਤੇ ਕਾਇਮ ਰਹਿਣ ਤੇ ਅੰਜੀਲੀ ਮਨਾਦ ਬਣਨ, ਹੱਕ ਦੀ ਬੋਲੀ ਬੋਲਣ। ਜਿੰਨੇ ਲੋਕ ਮੁਲਕ ਤੋਂ ਬਾਹਰ ਨੇ, ਸਾਲਮ ਸੀਕਰ ਨੇ, ਜੇਲ੍ਹਾਂ 'ਚ ਨੇ, ਯਿਸੂ ਨਾਂ ਤੋਂ ਆਜ਼ਾਦੀ ਪਾਉਣ। ਜਿਹਨਾਂ ਮੁਲਕਾਂ 'ਚ ਖੁਦਾਵੰਦ ਤੂੰ ਲੈ ਜੇ, ਉਹਨਾਂ ਦੇ ਬਦਨ ਤੇਰੇ ਜਲਾਲ ਲਈ ਇਸਤੇਮਾਲ ਹੋਣ। UN ਦਾ ਦਿਲ ਨਰਮ ਹੋਵੇ, ਇਮੀਗ੍ਰੇਸ਼ਨ ਦੇ ਖਤਰੇ ਟਲ ਜਾਣ, ਬੇਔਲਾਦ ਜੋੜੇ ਔਲਾਦ ਜੈਸੀ ਬਰਕਤ ਦੇ ਨਾਲ ਨਵਾਜ਼ੇ ਜਾਣ। ਹਰ ਤਰ੍ਹਾਂ ਦੀ ਕਾਰੋਬਾਰੀ ਰੁਕਾਵਟਾਂ, ਨੌਕਰੀ ਦੀ ਪਰੇਸ਼ਾਨੀ, ਘਰਾਂ ਦੇ ਵਿੱਚ ਲੜਾਈ, ਦੰਗੇ ਫਸਾਦ ਦੀਆਂ ਅਲਾਮਤਾਂ, ਤਸਵੀਰਾਂ ਘਰਾਂ 'ਚੋਂ ਦੂਰ ਹੋ ਜਾਣ। ਘਰਾਂ 'ਚ ਨਜਾਤ ਦੀ ਰਾਗਨੀ ਹੋਵੇ, ਘਰਾਂ 'ਚ ਇਬਾਦਤ ਹੋਵੇ ਤੇ ਖੁਦਾਇਆ ਤੇਰੀ ਇਬਾਦਤ ਹੋਵੇ। ਜਿਹੜੇ ਤੇਰੀ ਇਬਾਦਤ ਕਰਦੇ ਨੇ ਉਹਨਾਂ ਦੀ ਰੋਟੀ ਪਾਣੀ ਤੇ ਬਰਕਤ ਆਉਂਦੀ, ਬਿਮਾਰੀਆਂ ਉਹਨਾਂ ਦੇ ਘਰਾਂ 'ਚੋਂ ਭੱਜ ਜਾਂਦੀਆਂ। ਕਰੋਨਾ ਜੈਸੀ ਵਾਇਰਸ ਤੇਰੇ ਨਾਂ ਤੋਂ ਟਲੇ, ਬਿਮਾਰ ਲੋਕ ਤੇਰੇ ਨਾਂ ਤੋਂ ਚੰਗਿਆਈ ਪਾਉਣ, ਬਦਰੂ ਗ੍ਰਿਫਤਾਰ ਲੋਕ ਤੇਰੇ ਨਾਂ ਤੋਂ ਆਜ਼ਾਦੀ ਪਾਉਣ, ਤੇ ਬਦਰੂਆਂ ਤੋਂ ਵਿਗੜੀਆਂ ਹੋਈਆਂ ਤਨਜ਼ੀਮਾਂ ਯਿਸੂ ਨਾਂ ਤੋਂ ਭੇਡਾਂ ਇਹਨਾਂ ਤੋਂ ਆਜ਼ਾਦ ਹੋਣ। ਇਹਨਾਂ ਦੇ ਬੰਧਨ ਗੁਲਾਮੀਆਂ ਜੂਏ ਟੁੱਟਣ, ਲੋਕ ਹੱਕ ਦੀ ਬੋਲੀ ਬੋਲਣ, ਆਪਣੀ ਜ਼ਬਾਨ ਨੂੰ ਇਸਤੇਮਾਲ ਕਰਨ, ਕਿਉਂਕਿ ਤੇਰੇ ਕਲਾਮ 'ਚ ਲਿਖਿਆ ਜਦੋਂ ਤੇਰੇ ਮੂੰਹ 'ਚੋਂ ਸੱਚੀਆਂ ਗੱਲਾਂ ਨਿਕਲਣਗੀਆਂ, ਰੱਬ ਕਹਿੰਦਾ ਉਸ ਵੇਲੇ ਮੇਰਾ ਦਿਲ ਸ਼ਾਦਮਾਨ ਹੋ ਜਾਵੇਗਾ।
ਤੇ ਸੱਚੀਆਂ ਗੱਲਾਂ ਤੇਰਾ ਬੰਦਾ ਦਾਊਦ ਜ਼ਬੂਰ 119 ਦੀ 160 'ਚ ਕਹਿੰਦਾ ਕਲਾਮ ਦੀਆਂ ਹੈ। ਇਸ ਕਰਕੇ ਤੇਰੇ ਲੋਕ ਕਲਾਮ ਦੀਆਂ ਗੱਲਾਂ ਕਰਨ, ਆਪ ਬਚਣ, ਈਮਾਨ ਦੀ ਅੱਛੀ ਕੁਸ਼ਤੀ ਲੜਨ, ਆਪਣੀਆਂ ਨਸਲਾਂ ਨੂੰ ਬਚਾਉਣ, ਲੋਕਾਂ ਨੂੰ ਬਚਾਉਣ। ਇਹ ਸਭ ਕੁਝ ਮੰਗਣਾ ਹੈ ਯਿਸੂ ਦੇ ਅਜ਼ੀਮ ਤੇ ਜਲਾਲੀ ਨਾਂ ਦਾ ਵਾਸਤਾ ਦੇ ਕੇ, ਆਮੀਨ। ਤੇ ਆਓ ਫਿਰ ਭਰਾਓ, ਕਲਾਮ ਨੂੰ ਲਾਇਕ ਕਰਿਓ, ਸ਼ੇਅਰ ਕਰਿਓ, ਬੈਲ ਦਾ ਬਟਨ ਦਬਾਇਓ, ਕਿਉਂਕਿ ਤੁਸੀਂ ਮੇਰੇ ਨਾਲ ਲਾਈਵ ਤੇ ਵੀ ਸੁਣਨ ਡਏ ਹੋ, YouTube ਤੇ ਵੀ ਸੁਣ ਰਹੇ ਹੋ, ਜਿਹੜੇ ਜਿੱਥੇ ਜਿੱਥੇ ਵੀ ਸੁਣ ਰਹੇ, ਜ਼ਰੂਰ ਕਲਾਮ ਨੂੰ ਲਾਇਕ ਕਰਿਓ, ਸ਼ੇਅਰ ਕਰਿਓ, ਬੈਲ ਦਾ ਬਟਨ ਦਬਾਇਓ, ਤਾਂ ਕਿ ਵਕਤ ਉੱਤੇ ਖੁਦਾਵੰਦ ਦਾ ਕਲਾਮ ਤੁਹਾਡੇ ਕੋਲ ਪਹੁੰਚਦਾ ਰਹੇ।